ਤੁਹਾਡੇ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵਿੱਚ ਅਜਿਹਾ ਕਿਹੜਾ ਸੂਰਮਾ ਉੱਠ ਗਿਆ ਜੋ ਸਰਕਾਰ ਦੇ ਨਾਲ ਪੰਗੇ ਲੈਣ ਲੱਗ ਗਿਆ? ਪਿਛਲੀ ਵਾਰ ਜਦੋਂ ਮੈਂ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਤੁਸੀਂ ਅਪੀਲ ਕੀਤੀ ਸੀ ਸਿੱਧੂ ਮੂਸੇਵਾਲੇ ਨੂੰ ਤੇ ਪੰਜਾਬੀ ਐਕਟਰ ਗੁੱਗੂ ਗਿੱਲ ਨੂੰ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਇਕੱਠੇ ਹੋ ਕੇ ਪੰਜਾਬ ਦੇ ਹੱਕ 'ਚ ਹਾਂ ਦਾ ਨਾਰਾ ਮਾਰੀਏ। ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੇ ਗੁੱਗੂ ਗਿੱਲ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਲ ਰਲ ਕੇ ਇੱਕ ਫੋਟੋ ਪਾਈ ਗਈ ਜਿਹਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਮੰਨ ਲਈਏ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਨਾਲ ਸਿੱਧੂ ਮੂਸੇਵਾਲਾ ਤੇ ਗੁੱਗੂ ਗਿੱਲ ਵੀ ਰਲ ਗਏ। ਇਹੀ ਮੈਂ ਚਾਹੁੰਦਾ ਸੀ। तो मैं ये नहीं कहता कि मतलब क्रेडिट मेरे ते है, पर मतलब मैं इन्ना जरूर मैनू माण महसूस होंदा है, या मतलब मैं परमात्मा का शुक्रगुजार हाँ कि शायद जी हैगी आवाज़ मेरे वालों उठी सी तो चली है, तो हुण एक लहर बनती जा रही है। पिंड ही एक है, परिवार ही एक, असीं मतलब जिहड़ा बाई गुग्गू गिल हो रही है, असीं एक पिंड नूं बिलोंग करते हैं। मेरा उस पिंड विच अज जे कहां तां मेरा उस पिंड विच आउण जाण जे हैगा तां उस परिवार उस घर दे नाल ही है। तो सत्कारयोग वड्डे भरा ने ते साडी गलबात हुंदी रहिंदी है, पर ये नहीं है कि मैं उन्होंने कुछ कहना तो उन्होंने उहदे मुताबिक करना। उन्होंने अपना दिमाग वरतना जो अपने मुताबिक, उन्हों दा बहुत वड्डा नाम है, बहुत चंगा योगदान परमात्मा की कृपा होगी तो पाउणगे। इस ਇਹਦਾ ਜਿਸ ਤਰ੍ਹਾਂ ਤੁਸੀਂ ਕਿੱਥੇ ਲੜਾਈ ਲੜੀ ਹੈ, ਹਾਲੇ ਤੱਕ ਤੇ ਤੁਸੀਂ ਆਪਣੇ ਲਈ ਲੜਦੇ ਆ ਰਹੇ ਹੋ, ਲੋਕਾਂ ਲਈ ਗੱਲ ਕਿੱਥੇ ਹੈ? ਇਹਦੇ 'ਚ ਲੋਕਾਂ ਦੀ ਗੱਲ ਹੀ, ਮੇਰੀ ਲੜਾਈ ਹੁਣ ਕਿੱਥੇ ਰਹਿ ਗਈ? ਜੇ ਮੈਂ ਗੁੱਗੂ ਗਿੱਲ ਨੂੰ ਅਪੀਲ ਕਰ ਰਿਹਾ, ਮੇਰੀ ਆਪਣੀ ਗੱਲ ਹੈ। ਜੋ ਮੈਂ ਪੰਜਾਬ ਪੁਲਿਸ ਦੇ ਕਿਰਦਾਰ ਤੇ ਗੱਲ ਕਰ ਰਿਹਾ, ਉਹ ਮੇਰੀ ਆਪਣੀ ਗੱਲ ਹੈ। ਜਾਂ ਮਤਲਬ ਜਿਹੜੀ ਤੁਸੀਂ ਹੁਣ ਮੈਥੋਂ ਜਿਹੜੇ ਸਵਾਲ ਵੀ ਜਿੰਨੇ ਹੁਣ ਕੀਤੇ ਉਹ 'ਚ ਮੇਰੀ ਪਰਸਨਲ ਇੱਕ ਵਾਰੀ ਵੀ ਗੱਲ ਨਹੀਂ ਹੈਗੀ। ਤਾਂ ਤੁਹਾਡਾ ਇਹ ਸਵਾਲ ਜਿਹੜਾ ਹੈ ਵਾਜਬ ਨਹੀਂ। ਪਹਿਲਾਂ ਲੋਕਾਂ ਦਾ ਇਹ ਵੀ ਮੰਨਿਆ ਜਾਂਦਾ ਸੀਗਾ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਰਕਾਰ ਦੇ ਨਾਲ, ਖਾਸ ਕਰਕੇ ਕੈਪਟਨ ਧੜੇ ਦੇ ਨਾਲ ਇਸ ਕਰਕੇ ਪੰਗਾ ਲੈ ਰਿਹਾ ਕਿਉਂਕਿ ਉਹਨੂੰ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਆ। ਵਾਕਈ ਨਵਜੋਤ ਸਿੱਧੂ ਦੀ ਤੁਹਾਨੂੰ ਸਪੋਰਟ ਹੈਗੀ ਹੈ ਜਾਂ ਨਹੀਂ? ਪੁਲਿਸ ਅਫਸਰ ਪਹਿਲਾਂ ਤੁਸੀਂ ਸਰਕਾਰ ਤੇ ਸਵਾਲ ਚੁੱਕੇ, ਫਿਰ ਹੁਣ ਇੱਕ ਹੋਰ ਪੁਲਿਸ ਅਫਸਰ ਉੱਠ ਗਿਆ। ਪੁਲਿਸ ਅਫਸਰ ਸਰਕਾਰਾਂ ਤੇ ਸਵਾਲ ਚੁੱਕਣ ਲੱਗ ਗਏ, ਪਰ ਜਿਹੜੇ ਆਪ ਉਹ ਲੋਕਾਂ ਦੀਆਂ ਪੱਗਾਂ ਲਾ ਰਹੇ ਆ, ਖੰਨੇ ਦੇ ਵਿੱਚ ਵੀ ਲਾਹੀ ਉਹਨਾਂ ਨੇ, ਕੱਲ੍ਹ ਕੁੱਟਮਾਰ ਵੀ ਕੀਤੀ ਹੈ, ਉਸ ਤੋਂ ਪਹਿਲਾਂ ਵੀ ਬਥੇਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਆਪ ਤੁਹਾਡੀ ਪੰਜਾਬ ਪੁਲਿਸ ਕਿੰਨੀ ਕੁ ਸਹੀ ਹੈ ਜਿਹੜੇ ਲੀਡਰਾਂ ਤੇ ਸਵਾਲ ਚੁੱਕ ਰਹੇ? ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅਕਸਰ ਹੀ ਅਸੀਂ ਸਰਕਾਰਾਂ ਦੇ ਉੱਪਰ, ਸਰਕਾਰ ਦੇ ਵਿਰੋਧੀਆਂ ਅਤੇ ਆਮ ਲੋਕਾਂ ਦੇ ਵੱਲੋਂ ਸਵਾਲ ਚੁੱਕਦੇ ਤਾਂ ਅਸੀਂ ਦੇਖਦੇ ਹੀ ਰਹਿੰਦੇ ਹਾਂ, ਪਰ ਜਦੋਂ ਸਰਕਾਰ ਦੇ ਆਪਣੇ ਹੀ ਅਫਸਰ ਸਰਕਾਰ ਦੇ ਉੱਪਰ ਸਵਾਲ ਚੁੱਕਣ ਲੱਗ ਜਾਣ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ। ਪਹਿਲਾਂ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਵੱਲੋਂ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਮੁੱਖ ਮੰਤਰੀ ਦੇ ਉੱਪਰ ਸਵਾਲ ਚੁੱਕੇ ਗਏ। ਫਿਰ ਹੁਣ ਇੱਕ ਆਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਦੇ ਵਿੱਚ ਇੱਕ ਆਦਮੀ ਆਪਣੇ ਆਪ ਨੂੰ ਡੀਐਸਪੀ ਦੱਸਦਾ ਹੋਇਆ ਸਰਕਾਰ ਦੇ ਸਿਸਟਮ ਨੂੰ, ਖਾਸ ਕਰਕੇ ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਸ਼ਰੇਆਮ ਗਾਲਾਂ ਕੱਢਦਾ ਹੋਇਆ ਦਿਖਾਈ ਦੇ ਰਿਹਾ। ਉਸ ਦੇ ਵਿੱਚ ਉਸ ਮੋੜ ਨਵਾਂ ਉਦੋਂ ਆਇਆ ਜਦੋਂ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਵੱਲੋਂ ਉਸ ਦੀ ਪੁਸ਼ਟੀ ਕੀਤੀ ਗਈ ਕਿ ਇਹ ਡੀਐਸਪੀ ਕੌਣ ਹੈ। ਗੱਲਬਾਤ ਕਰਾਂਗੇ ਇਸ ਮਾਮਲੇ ਦੇ ਬਾਰੇ। ਡੀਐਸਪੀ ਬਲਵਿੰਦਰ ਸਿੰਘ ਸੇਖੋਂ ਹੋਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਡੀਐਸਪੀ ਕੌਣ ਹੈ, ਤੁਹਾਨੂੰ ਕਿਸ ਤਰ੍ਹਾਂ ਇਸ ਬਾਰੇ ਪਤਾ ਲੱਗਿਆ ਕਿ ਇਹ ਕਿਹੜਾ ਡੀਐਸਪੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡੀਐਸਪੀ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਕੱਲ੍ਹ ਤੁਸੀਂ ਇੱਕ ਪੁਸ਼ਟੀ ਕੀਤੀ ਹੈ ਕਿ ਜਿਹੜੀ ਆਡੀਓ ਘੁੰਮ ਰਹੀ ਹੈ ਉਹ ਇੱਕ ਡੀਐਸਪੀ ਦੀ ਹੈ। ਵੈਸੇ ਤਾਂ ਉਹ ਆਪਣਾ ਨਾਮ ਵੀ ਲੈ ਰਿਹਾ, ਪਰ ਜੇਕਰ ਤੁਸੀਂ ਪੁਸ਼ਟੀ ਕੀਤੀ ਹੈ ਤਾਂ ਸਮਝ ਲਓ ਕਿ ਇਹ ਪੱਕਾ ਹੀ ਹੈ। ਹੁਣ ਤੁਸੀਂ ਸਾਨੂੰ ਇਹ ਦੱਸ ਦਿਓ, ਸਾਡੇ ਦਰਸ਼ਕਾਂ ਨੂੰ ਵੀ ਸਮਝਾ ਦਿਓ ਕਿ ਤੁਹਾਡੇ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵਿੱਚ ਅਜਿਹਾ ਕਿਹੜਾ ਸੂਰਮਾ ਉੱਠ ਗਿਆ ਜੋ ਸਰਕਾਰ ਦੇ ਨਾਲ ਪੰਗੇ ਲੈਣ ਲੱਗ ਗਿਆ? ਨਹੀਂ ਜੀ, ਸਰਕਾਰ ਨਾਲ ਪੰਗੇ ਲੈਣ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਆ, ਜੋ ਇਹ ਸਰਕਾਰ ਜਿਸ ਤਰੀਕੇ ਨਾਲ ਵਿਚਰ ਰਹੀ ਹੈ, ਉੱਥੋਂ ਇਹ ਚੀਜ਼ਾਂ ਪੈਦਾ ਹੋਣੀਆਂ ਬਹੁਤ ਸੁਭਾਵਿਕ ਹੈ। ਤਾਂ ਜੇ ਕੋਈ ਹੋਰ ਵੀ ਬੋਲਿਆ ਹੈ ਤਾਂ ਇਹਦੇ ਵਿੱਚ ਕੋਈ ਅਤਕਥ ਨਹੀਂ ਜਾਂ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਕਿ ਇਹ ਨਹੀਂ ਹੋ ਸਕਦਾ ਹੁੰਦਾ। ਜਦੋਂ ਇਹੋ ਜਿਹੇ ਹਾਲਾਤ ਹੁੰਦੇ ਤਾਂ ਇਹੋ ਜਿਹੀਆਂ ਆਵਾਜ਼ਾਂ ਉੱਠਦੀਆਂ ਹੀ ਹੈ। ਉਹ ਕੋਈ ਇੱਕਦਮ ਹੁਣ ਨਵੀਂ ਤਾਜ਼ੀ ਨਹੀਂ ਹੈ, ਪਹਿਲਾਂ 5-6 ਮਹੀਨੇ ਪੁਰਾਣੀ ਗੱਲ ਹੈ। ਜਦੋਂ ਕਰੋਨਾ ਸਟਾਰਟ ਹੋਇਆ ਸੀਗਾ ਅਤੇ ਉਸ ਟਾਈਮ ਆਪਣੇ ਜਿਹੜੇ ਰਾਗੀ ਸੀਗੇ ਨਿਰਮਲ ਸਿੰਘ, ਉਹਨਾਂ ਦੀ ਮੌਤ ਹੋਈ ਹੈ, ਪਦਮ ਸ਼੍ਰੀ। ਤਾਂ ਉਸ ਰੋਹ ਦੇ ਵਿੱਚ ਉਹਨਾਂ ਨੂੰ ਗੁੱਸਾ ਆਇਆ ਸੀ, ਤਾਂ ਉਸ ਸੰਬੰਧ ਵਿੱਚ ਉਹਨਾਂ ਨੇ ਮਤਲਬ ਉਹ ਉਦੋਂ ਵੀਡੀਓ ਸੀ, ਉਹ ਆਡੀਓ ਨਹੀਂ ਸੀ, ਪਰ ਉਹ ਅਵੇਲੇਬਲ ਨਹੀਂ ਹੋਈ ਕਿ ਹੁਣ ਸਿਰਫ ਉਹਦੀ ਆਡੀਓ ਅਵੇਲੇਬਲ ਹੈਗੀ ਹੈ। ਉਹ ਪਾਈ ਸੀ ਕਿਤੇ, ਬਹੁਤ ਲੋਕਾਂ ਨੇ ਦੇਖੀ ਹੋਈ ਹੈ ਅਤੇ ਸਰਕਾਰ ਨੂੰ ਵੀ ਉਸਦੇ ਬਾਰੇ ਪਤਾ ਹੈ। ਮੈਂ ਵੀ ਉਹਦੇ ਬਾਰੇ ਦੱਸਿਆ ਹੋਇਆ ਕਿਉਂਕਿ ਮੈਂ ਖੁਦ ਇਸ ਚੀਜ਼ ਦਾ ਸ਼ਿਕਾਰ ਹਾਂ ਕਿ ਮੈਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਮੈਂ ਸੋਸ਼ਲ ਮੀਡੀਆ 'ਤੇ ਕਿਸੇ ਦੇ ਖਿਲਾਫ ਕੋਈ ਟਿੱਪਣੀ ਕੀਤੀ, ਜੋ ਕਿ ਮੈਂ ਕੀਤੀ ਨਹੀਂ ਹੈ। ਪਰ ਇੱਕ ਐਸੇ ਜੀ ਆਡੀਓ ਜੋ ਵੀਡੀਓ ਘੁੰਮਦੀ ਹੋਵੇ ਪੰਜਾਬ ਦੇ ਵਿੱਚ, ਜਿਹਦੇ ਵਿੱਚ ਸ਼ਰੇਆਮ ਭਾਵੇਂ ਚੰਗੀ ਭਾਵਨਾ ਨਹੀਂ ਹੈ, ਪਰ ਉਹਨਾਂ ਨੇ ਬਹੁਤ ਸਖਤ ਭਾਸ਼ਾ ਦੇ ਵਿੱਚ ਈਵਨ ਗਾਲਾਂ ਜਿਹੜੀਆਂ ਪੰਜਾਬੀ ਅਸੀਂ ਆਮ ਕੱਢਦੇ ਹਾਂ, ਉਹਨਾਂ ਗਾਲਾਂ ਦੇ ਵਿੱਚ ਆਪਣਾ ਗੁੱਸਾ ਜ਼ਾਹਰ ਕੀਤਾ, ਜੋ ਕਿ ਜਾਇਜ਼ ਵੀ ਹੈ। ਤਾਂ ਚਲੋ ਭਾਸ਼ਾ ਦੀ ਮਰਿਆਦਾ ਨੂੰ ਲਈਏ ਤਾਂ ਉਹ ਵੱਖਰੀ ਗੱਲ ਹੈ, ਪਰ ਜੋ ਉਹ ਚੀਜ਼ ਆਈ ਹੈ
ਉਹ ਬਿਲਕੁਲ ਜਿਹੜੀ ਮੇਰਾ ਵਾਲਾ ਕੇਸ ਆ ਉਹਦੇ ਨਾਲ ਮੈਚ ਕਰਦੀ ਹੋਣ ਕਰਕੇ ਮੈਂ ਉਹ ਚੀਜ਼ ਇਹਨਾਂ ਦੇ ਨੌਲੇਜ 'ਚ ਲਿਆਂਦੀ, DGP ਦੇ ਨੌਲੇਜ 'ਚ ਲਿਆਂਦੀ, ਜਿਹੜੇ ACS ਹੋਮ ਹੈ ਸਤੀਸ਼ ਚੰਦਰਾ ਉਹਨਾਂ ਦੇ ਨੌਲੇਜ 'ਚ ਲੈ ਕੇ ਆਂਦੀ ਹੈ। ਪਰ ਉਸ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਨਾ ਹੋਣ ਕਰਕੇ ਹੀ ਮਤਲਬ ਮੈਂ ਹੁਣ ਫਿਰ ਦੁਬਾਰਾ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਇਹ ਨਹੀਂ ਕਾਰਵਾਈ ਉਹਦੇ 'ਤੇ ਕਰੋਗੇ ਜਾਂ ਇਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦੇਵਾਂਗੇ ਕਿ ਕਿਉਂ ਤੁਸੀਂ ਉਸ ਜਿਹੜੀ ਆਡੀਓ ਹੈ ਜਾਂ ਵੀਡੀਓ ਸੀ ਉਹਦੇ 'ਤੇ ਕੋਈ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ, ਮੇਰੇ 'ਤੇ ਹੀ ਕਿਉਂ ਕੀਤੀ ਹੈ, ਤਾਂ ਮੈਂ ਇਸ ਨੂੰ ਪਬਲਿਕ ਡੋਮੇਨ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ। ਤਾਂ ਸੋ ਮੈਂ ਦੇਖ ਰਿਹਾ, ਵੇਟ ਕਰ ਰਿਹਾ ਆਉਣ ਵਾਲੇ 5-4 ਦਿਨਾਂ ਦੇ ਵਿੱਚ ਜੇ ਤੋਂ ਵੱਲੋਂ ਕੋਈ ਰਿਸਪੌਂਸ ਐਸਾ ਨਹੀਂ ਆਉਂਦਾ ਜਾਂ ਕੋਈ ਗੱਲਬਾਤ ਇਹੋ ਜਿਹੀ ਨਹੀਂ ਦਿਖਾਈ ਦਿੰਦੀ ਤਾਂ ਫਿਰ ਮੈਂ ਇਹਨੂੰ ਲੈ ਕੇ ਆਊਂਗਾ ਜੀ। ਮੈਂ ਦੇਵਾਂਗਾ ਤੁਹਾਨੂੰ ਆਡੀਓ ਵੀ ਅਵੇਲੇਬਲ ਕਰਾਊਂਗਾ, ਸਾਰੇ ਮੀਡੀਆ ਨੂੰ ਦੇਵਾਂਗਾ। ਹੈ ਕੌਣ ਹੈ DSP ਜਿਹੜੇ ਤੁਸੀਂ ਦੱਸ ਰਹੇ ਹੋ ਕਿ ਉਹ DSP ਹੈ ਕੌਣ ਹੈ? ਕੋਈ ਗੱਲ ਨਹੀਂ ਜੀ, ਉਹਦਾ ਨਾਮ ਵੀ ਦੱਸੂਗਾ, ਸਮਾਂ ਆਉਣ ਦਿਓ। ਇਹ ਥੋੜ੍ਹੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆ ਜਾਣਗੀਆਂ। ਸਿਰਫ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਬਾਕੀ ਸਭ ਨੂੰ ਪਤਾ ਹੈ। ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਉਹਨਾਂ ਨੂੰ ਪਤਾ ਹੈ, ਇਸ ਕਰਕੇ ਮੈਂ ਅੱਜ ਨਾਮ ਨਹੀਂ ਲਊਂਗਾ ਅਤੇ ਕੁਛ ਨਹੀਂ, ਥੋੜ੍ਹੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਬਾਰੇ ਵੀ ਖੁਲਾਸਾ ਕਰ ਦਿਆਂਗਾ। ਕਾਰਨ ਕੀ ਹੈ ਉਹਨਾਂ ਦੇ ਸਵਾਲ ਚੁੱਕਣ 'ਤੇ, ਸਰਕਾਰ ਦੇ ਸਵਾਲ ਚੁੱਕਣ 'ਤੇ ਕਾਰਨ ਕੀ ਹੈ ਅਤੇ ਕਹਿ ਕੀ ਰਹੇ ਨੇ ਉਹ ਅਜਿਹਾ ਵਿੱਚ? ਬਸ ਕਾਰਨ ਤੁਹਾਨੂੰ ਦੱਸਿਆ ਨਾ, ਉਹਨਾਂ ਦੀਆਂ ਆਪਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹ ਆਹਤ ਹੋਈਆਂ। ਉਹਨਾਂ ਦੇ ਨਿਰਮਲ ਸਿੰਘ ਰਾਗੀ ਹੋਰਾਂ ਦੇ ਜਿਹੜੇ ਚੋਰੀ ਛੁਪੇ ਸੰਸਕਾਰ ਹੋਇਆ ਸੀ ਉਸ ਤੋਂ, ਅਤੇ ਉਹ ਉਸ ਤੋਂ ਇਲਾਵਾ ਹੋਰ ਵੀ ਬੜੇ ਕਾਰਨ ਹੁੰਦੇ। ਕਿਸੇ ਇੱਕ ਕਾਰਨ ਕਰਕੇ ਕੋਈ ਚੀਜ਼ ਬਾਹਰ ਆ ਜਾਂਦੀ ਹੈ, ਕਾਰਨ ਤਾਂ ਬਥੇਰੇ ਹੁੰਦੇ ਆ। ਉਹ ਜਦੋਂ ਆਡੀਓ ਸੁਣੀ ਜਾਊਗੀ ਉਦੋਂ ਸਾਰਾ ਕੁਝ ਸਪਸ਼ਟ ਹੋ ਜਾਊਗਾ। ਅਤੇ ਇਸ ਕਰਕੇ ਹੁਣ ਇਸ ਤੋਂ ਬਾਅਦ ਜਿਹੜਾ ਬੋਲਣਾ ਹੈਗਾ ਉਹ ਮੈਂ ਅੱਜ ਦੀ ਘੜੀ ਸੋਚਦਾ ਕਿ ਮੈਂ ਇਹਨਾਂ ਦੀ ਵੇਟ ਕਰਾਂ ਇਹ ਕੀ ਕਰਦੇ ਆ, ਉਸ ਤੋਂ ਬਾਅਦ ਮੈਂ ਬੋਲੂੰਗਾ, ਫਿਰ ਮੈਂ ਡਿਟੇਲ ਦੱਸੂੰਗਾ ਸਾਰਾ ਕੁਝ। ਪੁਲਿਸ ਅਫਸਰ, ਪਹਿਲਾਂ ਤੁਸੀਂ ਸਰਕਾਰ ਤੇ ਸਵਾਲ ਚੁੱਕੇ, ਫਿਰ ਹੁਣ ਇੱਕ ਹੋਰ ਪੁਲਿਸ ਅਫਸਰ ਉੱਠ ਗਿਆ। ਪੁਲਿਸ ਅਫਸਰ ਸਰਕਾਰਾਂ 'ਤੇ ਸਵਾਲ ਚੁੱਕਣ ਲੱਗ ਗਏ, ਪਰ ਜਿਹੜੇ ਆਪ ਉਹ ਲੋਕਾਂ ਦੀਆਂ ਪੱਗਾਂ ਲਾਹ ਰਹੇ ਆ, ਖੰਨੇ ਦੇ ਵਿੱਚ ਵੀ ਲਾਹੀ ਉਹਨਾਂ ਨੇ, ਕੱਲ੍ਹ ਕੁੱਟਮਾਰ ਵੀ ਕੀਤੀ ਹੈ, ਉਸ ਤੋਂ ਪਹਿਲਾਂ ਵੀ ਬਥੇਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਆਪ ਤੁਹਾਡੀ ਪੰਜਾਬ ਪੁਲਿਸ ਕਿੰਨੀ ਕੁ ਸਹੀ ਹੈ ਜਿਹੜੇ ਲੀਡਰਾਂ 'ਤੇ ਸਵਾਲ ਚੁੱਕ ਰਹੇ ਆ? ਨਹੀਂ ਜੀ ਨਹੀਂ, ਦੇਖੋ ਕੋਈ ਵੀ ਜਿਹੜਾ ਆਵਾਜ਼ ਉਠਾਊਗਾ ਅਤੇ ਉਦੋਂ ਦੇਖਿਆ ਜਾਊਗਾ। ਸਾਡਾ ਡਿਪਾਰਟਮੈਂਟ ਪੁਲਿਸ ਦਾ, ਕਿਉਂਕਿ ਪੁਲਿਸ ਦਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਕੋਈ ਬਹੁਤਾ ਅੱਛਾ ਕਿਰਦਾਰ ਨਹੀਂ ਰੱਖਦਾ, ਅਤੇ ਕਿਰਦਾਰ ਰੱਖੂਗਾ ਵੀ ਕਿਵੇਂ ਜਦੋਂ ਮਤਲਬ ਸਾਡੇ ਜਿਹੜੇ ਅਗਵਾਈ ਕਰਨ ਵਾਲੇ ਅਫਸਰਾਂ ਦੇ ਆਪਣੇ ਕਿਰਦਾਰ ਨਹੀਂ ਹੈਗੇ ਤਾਂ ਮਹਿਕਮੇ ਦਾ ਕਿਰਦਾਰ ਕਿੱਥੇ ਰਹਿ ਜਾਣਾ। ਤਾਂ ਗੱਲ ਇਹ ਹੈ ਕਿ ਜਦੋਂ ਇਹ ਚੀਜ਼ਾਂ ਜਿਹੜੇ ਤੁਸੀਂ ਕੁਐਸਚਨ ਕੀਤਾ, ਇਹ ਜਿਹੜੀਆਂ ਜਾਤੀਆਂ ਹੈ, ਮਾੜੀ ਗੱਲ ਹੈ, ਮਾੜੀ ਘਟਨਾ ਹੈ। ਉਹ ਜਿਹੜੀ ਗੱਲ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਪਹਿਲਾਂ ਵੀ ਉਹਦੇ ਬਾਰੇ ਕਿਹਾ ਕਿ ਉਸ ਘਟਨਾ ਨੂੰ ਠੀਕ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਕੋਈ ਜ਼ਰੂਰਤ ਨਹੀਂ ਸੀ ਕਿ ਉਹਦੀ ਪੱਗ ਲੈਂਦੀ ਜਾਂ ਮਤਲਬ ਉਹ ਜੋ ਘਟਨਾ ਵਾਪਰੀ ਬੜੀ ਨਿੰਦਣਯੋਗ ਹੈ। ਮੈਂ ਪਹਿਲਾਂ ਵੀ ਇਹਦੇ ਬਾਰੇ ਆਪਣੇ ਵਿਚਾਰ ਰੱਖੇ ਨੇ ਕਿ ਉਹ ਬਹੁਤ ਮਤਲਬ ਮੰਦਭਾਗੀ ਘਟਨਾ ਸੀ, ਪਰ ਕਿਉਂ ਘਟੀ ਇਹ ਚੀਜ਼ਾਂ 'ਤੇ ਵੀ ਵਿਚਾਰ ਕਰਨੇ ਬਣਦੇ ਹੈ। ਇੱਕ ਆਦਮੀ ਪੁਲਿਸ ਸਟੇਸ਼ਨ ਦੇ ਅੰਦਰ ਜਾ ਕੇ ਬਦਤਮੀਜ਼ੀ ਕਰਦਾ ਹੈ, ਮਾੜਾ ਚੰਗਾ ਬੋਲਦਾ ਹੈ, ਠੀਕ ਹੈ, ਆਪ ਆਪਣਾ ਮੌਕਾ ਉੱਥੋਂ ਬਚਾ ਕੇ ਭੱਜਿਆ ਆਉਂਦਾ, ਬਾਹਰ ਨਿਕਲ ਜਾਂਦਾ, ਕਿਸੇ ਹੋਰ ਦੀ ਪੱਗ ਲਵਾ ਦਿੰਦਾ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ, ਇਹ ਆਮ ਲੋਕਾਂ ਨੂੰ ਮੈਂ ਫਿਰ ਬੇਨਤੀ ਕਰਦਾ ਐਵੇਂ ਹੀ ਵਰਤਦੀਆਂ। ਇਹਨਾਂ ਦੀਆਂ ਪੱਗਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਆਪਦੀਆਂ ਪੱਗਾਂ ਆਪ ਕੱਛ 'ਚ ਮਾਰ ਕੇ ਕਹਿ ਦੇਣਗੇ ਵੀ ਸਾਡੀ ਲਾ ਲਈ। ਉਹਨਾਂ ਦੀਆਂ ਪੱਗਾਂ ਜਿਹੜੀਆਂ ਸ਼ਰੇਆਮ ਲੈ ਰਹੀਆਂ, ਉਹਦੇ 'ਚ ਪੁਲਿਸ ਵੀ ਦੋਸ਼ੀ ਹੈ। ਦੇਖੋ, ਪੁਲਿਸ ਦੇ ਬਿਹਾਫ 'ਤੇ ਮੈਂ ਇਹ ਕਹਿਣਾ ਚਾਹੁੰਦਾ, ਅਸੀਂ ਇੱਕ ਪ੍ਰੋਫੈਸ਼ਨਲ ਫੋਰਸ ਹੈ। ਪੁਲਿਸ ਦਾ ਇਹ ਜਿਹੜਾ ਕਿਰਦਾਰ ਹੈ ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਭਾਵੇਂ ਪੁਲਿਸ ਨੂੰ ਗੁੱਸਾ ਵੀ ਆਇਆ ਹੋਵੇ ਤਾਂ ਵੀ ਮੈਨੂੰ ਬੜਾ ਗੁੱਸਾ, ਮੈਂ ਬਹੁਤ ਆਪਣਾ ਧਿਆਨ ਰੱਖਦਾ ਆਪਣੇ ਆਪ 'ਤੇ, ਠੀਕ ਹੈ। ਇਸ ਦੇ ਬਾਵਜੂਦ ਵੀ ਕਹਿ ਦਿੰਦੇ ਕਿ ਬੋਲਿਆ ਜਾਂਦਾ, ਪਰ ਜਿਹੜਾ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਜਦੋਂ ਹੈਂਡਲ ਕਰਨਾ ਤਾਂ ਉਦੋਂ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਪ੍ਰੋਫੈਸ਼ਨਲੀ ਦੇਖਣੀ ਬਣਦੀਆਂ। ਉਹ ਉਹਨਾਂ ਕੋਲੋਂ ਉਹ ਕਰਨਾ ਜਿਹੜਾ ਹੈਗਾ ਉਹ ਮਾੜੀ ਹੈ, ਬਹੁਤ ਮੰਦਭਾਗੀ ਘਟਨਾ ਉਹਨੂੰ ਮੈਂ ਕਹੂੰਗਾ। ਬਹੁਤ ਉਹਦੇ 'ਤੇ ਮਤਲਬ ਜੋ ਕਿ ਲਫ਼ਜ਼ ਕਹੇ ਜਾਣ ਮਾੜੇ ਹੈ, ਪਰ ਇਹਦੇ ਪਿੱਛੇ ਜਿਹੜੇ ਮੁੱਖ ਕਾਰਨ, ਇੱਕ ਤਾਂ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਪੁਲਿਸ ਦੀ ਇਸ ਟਾਈਮ ਰਹਿਨੁਮਾਈ ਜਾਂ ਜਿਹੜੀ ਸੁਪਰਵਿਜ਼ਨ ਕਰ ਰਹੀਆਂ ਫੋਰਸਾਂ ਜਿਹੜੀਆਂ ਹੈਗੀਆਂ, ਉਹਨਾਂ ਦਾ ਆਪਣਾ ਕਿਰਦਾਰ ਬਹੁਤ ਥੱਲੇ ਜਾ ਚੁੱਕਿਆ। ਅਤੇ ਨੰਬਰ 2 ਜਿਹੜੇ ਸਾਡੇ ਲੀਡਰ ਹੈ, ਇਹ ਮਤਲਬ ਆਪਣੇ ਪਾਰਟੀਆਂ ਅਤੇ ਆਪਣੇ ਝੰਡਿਆਂ ਦੇ ਨਾਮ ਹੇਠ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਮਤਲਬ ਸਿੱਧੇ ਕਰਨ ਵਾਸਤੇ ਲੋਕਾਂ ਦੀਆਂ ਪੱਗਾਂ ਉਤਰਵਾ ਰਹੇ ਹੈ। ਅਤੇ ਮੈਂ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ, ਕਾਂਗਰਸੀਆਂ ਤੋਂ, ਅਕਾਲੀਆਂ ਤੋਂ, ਆਪ ਵਾਲਿਆਂ ਤੋਂ। ਇਹ ਆਪ ਬੈਂਸ ਵਾਲਿਆਂ ਨੇ ਜਿਹੜਿਆਂ ਨੇ ਇਹ ਪੱਗ ਲਵਾਈ ਹੈ, ਇਹਨਾਂ ਦਾ ਵੀ ਰੋਲ ਹੈ। ਲਾਉਣ ਵਾਲਿਆਂ ਦਾ ਰੋਲ ਤਾਂ ਦਿਖਾਈ ਦੇ ਰਿਹਾ, ਜਿਨ੍ਹਾਂ ਨੇ ਇਹ ਕਾਰਨ ਉੱਥੇ ਕ੍ਰੀਏਟ ਕੀਤਾ ਉਹ ਵੀ ਬਰਾਬਰ ਦੇ ਦੋਸ਼ੀ ਹੋਣੇ ਚਾਹੀਦੇ ਆ। ਅਤੇ ਇਹ ਮਾੜੀ ਘਟਨਾ ਹੈ ਅਤੇ ਇਹੋ ਜਿਹੀਆਂ ਘਟਨਾ ਗਾਂ ਤੋਂ ਨਹੀਂ ਆਉਣੀਆਂ ਚਾਹੀਦੀਆਂ। ਅਤੇ ਪੁਲਿਸ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਗਾਂ ਤੋਂ। ਅਜਿਹੇ ਸਿਚੁਏਸ਼ਨ ਨੂੰ ਜਦੋਂ ਆਪ ਨਿਜਟਦੇ ਆ, ਉਹ ਠੀਕ ਤਰੀਕੇ ਨਾਲ ਉਹਨਾਂ ਨੂੰ ਦੇਖਣਾ ਚਾਹੀਦਾ, ਪ੍ਰੋਫੈਸ਼ਨਲੀ ਦੇਖਣਾ ਚਾਹੀਦਾ। ਤੁਸੀਂ ਕਿਵੇਂ ਦੇਖਦੇ ਕਿ ਜਦੋਂ SI ਹਰਜੀਤ ਸਿੰਘ ਦੀ ਜਿਹੜੀ ਉਸ ਟਾਈਮ ਉਹ ASI ਸੀ, ਉਹਨਾਂ ਦਾ ਗੁੱਟ ਵੱਢਿਆ ਗਿਆ ਸੀਗਾ, ਤਾਂ ਬੜੀ ਮੁਸਤੈਦੀ ਦਿਖਾਈ ਗਈ ਸੀ ਸਰਕਾਰ ਦੇ ਵੱਲੋਂ ਵੀ ਅਤੇ ਪੰਜਾਬ ਪੁਲਿਸ ਦੇ ਵੱਲੋਂ ਵੀ। ਪਰ ਅਜਿਹਾ ਹੀ ਇੱਕ ਮਾਮਲਾ ਪਹਿਲਾਂ ਵੀ ਖੰਨੇ ਦੇ ਵਿੱਚ ਸਾਹਮਣੇ ਆ ਚੁੱਕਿਆ ਸੀ, ਜਿੱਥੇ ਇੱਕ SHO ਦੇ ਵੱਲੋਂ ਇੱਕ ਅੰਮ੍ਰਿਤਧਾਰੀ ਬੰਦੇ ਨੂੰ ਅਤੇ ਉਹਦੇ ਬੇਟੇ ਨੂੰ ਅਤੇ ਉਹਦੇ ਸੀਰੀ ਨੂੰ ਨੰਗਾ ਕਰਕੇ ਵੀਡੀਓ ਬਣਾਈ ਗਈ ਸੀ। ਉਹਦੇ ਵਿੱਚ ਵੀ ਬੜੀ ਮੁਸ਼ੱਕਤ ਤੋਂ ਬਾਅਦ ਜਿਹੜਾ ਹੈਗਾ ਕਾਰਵਾਈ ਦੇਖਣ ਨੂੰ ਮਿਲੀ ਸੀ। ਪਰ ਹੁਣ ਇਹ ਮਾਮਲਾ ਇੱਕ ਹੋਰ ਅਜਿਹਾ ਹੀ ਆ ਗਿਆ। ਤੁਸੀਂ ਕਿਵੇਂ ਦੇਖਦੇ ਹੋ ਕਿ ਇਹਦੇ ਵਿੱਚ ਇਨਸਾਫ ਮਿਲ ਸਕੇਗਾ? ਜਿਹੜੇ ਬਜ਼ੁਰਗ ਨੂੰ ਕੁੱਟਿਆ ਜਾ ਰਿਹਾ ਨਹੀਂ ਬੇਰਹਿਮੀ ਦੇ ਨਾਲ, ਉਹਦੀ ਪੱਗ ਉਤਾਰੀ ਜਾ ਰਹੀ ਹੈ।
ਕਿਉਂ ਜੀ, ਇਨਸਾਫ ਮਿਲਣਾ ਚਾਹੀਦਾ, ਜਿਸ ਨਾਲ ਵੀ ਜਾਤੀ ਹੋਈ ਇਨਸਾਫ ਮਿਲਣਾ ਚਾਹੀਦਾ। ਜਿਹੜੀ ਗੱਲ ਤੁਸੀਂ ਪਹਿਲਾਂ ਜ਼ਿਕਰ ਕਰਦੇ ਹੋ, ਉਹ SHO ਨੂੰ ਵੀ ਕਿਸੇ ਨੇ ਜ਼ਮਾਨਤ ਨਹੀਂ ਦਿੱਤੀ, ਉਹ ਅੱਜ ਹਾਈ ਕੋਰਟ ਦਾ ਸੁਪਰੀਮ ਕੋਰਟ ਤੋਂ ਵੀ ਉਹਦੀ ਜ਼ਮਾਨਤ ਕੈਂਸਲ ਹੋਈ ਤਾਂ ਉਹਨੂੰ ਸਰੈਂਡਰ ਕਰਨਾ ਪਿਆ, ਉਹ ਜੇਲ੍ਹ 'ਚ ਹੈ। ਤੇ ਪਰ ਉਹਨੇ ਸੱਚ ਨਹੀਂ ਬੋਲਿਆ। ਜੇ ਉਹ ਸੱਚ ਦੱਸਦਾ, ਮੈਂ ਉਹਦੇ 'ਚ ਵੀ ਕਾਰਨ ਦੱਸਦਾ, ਉਹਦੇ ਵੀ ਪੋਲੀਟੀਕਲ ਮੋਟਿਵ ਸੀਗਾ। ਉੱਥੇ ਵੀ ਉਹ ਜਿਹੜੀ ਘਟਨਾ ਕਰਵਾਈ ਗਈ ਸੀ, ਉਹਦੇ ਪਿੱਛੇ ਪੋਲੀਟੀਕਲ ਬੰਦੇ ਸੀਗੇ, ਉਹਨਾਂ ਨੇ ਕਰਵਾਇਆ, ਪਰ ਉਹ ਹਿੰਮਤ ਨਹੀਂ ਕਰਦੇ ਕੋਈ ਦੱਸਣ ਦੀ। ਜਿਹੜੀ ਗੱਲ ਅਸੀਂ ਦੱਸ ਰਹੇ ਹਾਂ, ਉਹ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ, ਉਹ ਬੋਲਦੇ ਨਹੀਂ ਹੈਗੇ। ਕਾਰਨ ਉੱਥੇ ਵੀ ਉਹੀ ਰਹੇ। ਇਸ ਕਰਕੇ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਜਿਸ ਨੇ ਵੀ ਮਾੜਾ ਕੀਤਾ ਹੈ, ਜੇ ਪੁਲਿਸ ਅਫਸਰ ਅੰਦਰ ਹੈਗਾ ਤਾਂ ਉਹਨੂੰ ਸਜ਼ਾ ਜਿਹੜੀ ਉਹ ਮਿਲੀ ਗਈ ਹੈ, ਇਹਦੇ ਵਿੱਚ ਵੀ ਹੋ ਜੂ। ਪਰ ਜਿਹੜੇ ਬੰਦੇ ਇਹ ਚੀਜ਼ਾਂ ਕ੍ਰੀਏਟ ਕਰਦੇ ਆ, ਉਹ ਵੀ ਬਰਾਬਰ ਦੇ ਹੱਕਦਾਰ ਨੇ। ਉਹਦੇ ਵਿੱਚ ਪੋਲੀਟੀਕਲ ਬੰਦੇ ਵੀ ਹੈਗੇ ਆ, ਤੇ ਇਸ ਫੋਰਸ ਨੂੰ ਜਿਹੜੇ ਨਿਗਰਾਨੀ ਕਰ ਰਹੇ ਆ, ਉੱਚ ਅਫਸਰ ਆ, ਉਹਨਾਂ ਦਾ ਵੀ ਬਰਾਬਰ ਕਸੂਰ ਹੈ। ਸੇਖੋਂ ਸਾਹਿਬ, ਪਿਛਲੀ ਵਾਰ ਜਦੋਂ ਮੈਂ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਤੁਸੀਂ ਅਪੀਲ ਕੀਤੀ ਸੀ ਸਿੱਧੂ ਮੂਸੇਵਾਲੇ ਨੂੰ ਤੇ ਪੰਜਾਬੀ ਐਕਟਰ ਗੁੱਗੂ ਗਿੱਲ ਨੂੰ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਇਕੱਠੇ ਹੋ ਕੇ ਪੰਜਾਬ ਦੇ ਹੱਕ 'ਚ ਹਾਂ ਦਾ ਨਾਅਰਾ ਮਾਰੀਏ। ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੇ ਗੁੱਗੂ ਗਿੱਲ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਲ ਰਲ ਕੇ ਇੱਕ ਫੋਟੋ ਪਾਈ ਗਈ, ਜਿਹਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਮੰਨ ਲਈਏ ਕਿ DSP ਬਲਵਿੰਦਰ ਸਿੰਘ ਸੇਖੋਂ ਦੇ ਨਾਲ ਸਿੱਧੂ ਮੂਸੇਵਾਲਾ ਤੇ ਗੁੱਗੂ ਗਿੱਲ ਵੀ ਰਲ ਗਏ ਨੇ। ਦੇਖੋ ਜੀ, ਇਹਨੂੰ ਮੈਂ ਇੱਕ ਚੰਗੀ ਘਟਨਾ ਦੀ ਸ਼ੁਰੂਆਤ ਕਹੂੰਗਾ। ਦੇਖੋ, ਮੈਂ ਅਪੀਲ ਤਾਂ ਕਰ ਰਿਹਾ ਸੀ, ਉਸ ਤੋਂ ਪਹਿਲਾਂ ਵੀ 4-5 ਵਾਰੀ ਮੈਂ ਅਪੀਲ ਕੀਤੀ ਹੈ, ਸਾਰੇ ਕਲਾਕਾਰਾਂ ਨੂੰ ਕੀਤੀ ਹੈ। ਤੇ ਇਹ ਬਹੁਤ ਚੰਗੀ, ਇੱਕ ਮੈਂ ਇਸ ਨੂੰ ਕਹਾਂਗਾ ਕਿ ਬਹੁਤ ਚੰਗੀ ਪਹਿਲ ਜਾਂ ਸ਼ੁਰੂਆਤ ਕੀਤੀ ਹੈ ਬਾਈ ਗੁੱਗੂ ਗਿੱਲ ਹੋਰਾਂ ਨੇ। ਜਿਹੜਾ ਉਹ ਮੁੰਡੇ ਨੂੰ ਬੁਲਾ ਕੇ ਜਿਹੜੀ ਉਹ ਫੋਟੋ ਇਕੱਠਿਆਂ ਦੀ ਵੇਖੀ ਸੀ ਮੈਂ, ਤੇ ਉਹਨਾਂ ਨੇ ਬਾਈ ਗੁੱਗੂ ਜੀ ਨੇ ਆਪਣੇ ਵੱਲੋਂ ਕੁਝ ਲਫ਼ਜ਼ ਵੀ ਬੋਲੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ। ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਵਧੀਆ ਘਟਨਾ ਇਹ ਵਾਪਰੀ ਕਿ ਤੁਸੀਂ ਦੇਖੋ ਕਿੰਨੇ ਕਲਾਕਾਰ ਹੁਣ ਆ ਗਏ ਹੈ, ਡੇਲੀ ਹੀ ਕੁਛ ਨਾ ਕੁਛ ਲੋਕ ਆ ਰਹੇ ਹੈ। ਇਹੀ ਤਾਂ ਅਸਲੀ ਸਟਰੈਂਥ ਨੇ, ਇਹੀ ਮੈਂ ਚਾਹੁੰਦਾ ਸੀ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਇਹ ਕ੍ਰੈਡਿਟ ਮੇਰੇ 'ਤੇ ਹੈ, ਪਰ ਮਤਲਬ ਮੈਂ ਇੰਨਾ ਜ਼ਰੂਰ ਮੈਨੂੰ ਮਾਣ ਮਹਿਸੂਸ ਹੁੰਦਾ ਹੈ, ਜਾਂ ਮਤਲਬ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਸ਼ਾਇਦ ਇਹ ਜਿਹੜੀ ਹੈਗੀ ਆਵਾਜ਼ ਮੇਰੇ ਵੱਲੋਂ ਉੱਠੀ ਸੀ ਤਾਂ ਉਹ ਚੱਲੀ ਹੈ, ਤਾਂ ਹੁਣ ਇੱਕ ਲਹਿਰ ਬਣਦੀ ਜਾ ਰਹੀ ਹੈ। ਤੇ ਇਹ ਪ੍ਰਮਾਤਮਾ ਕਰੇ, ਮੈਨੂੰ ਇਹਦੇ ਵਿੱਚ ਕੋਈ ਨਾਮ ਦੀ ਜਾਂ ਕ੍ਰੈਡਿਟ ਦੀ ਨਹੀਂ ਹੈ, ਪਰ ਜੇ ਇਹ ਚੀਜ਼ ਚੱਲ ਪਈ ਹੈ ਤਾਂ ਇਹ ਆਉਣ ਵਾਲੇ ਟਾਈਮ 'ਚ ਪੰਜਾਬ ਦਾ ਬਹੁਤ ਵੱਡਾ ਭਲਾ ਹੋਊਗਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਹ ਜੀ ਸ਼ੁਰੂਆਤ ਹੈ, ਤੇ ਇਹ ਹੋਰ ਵੱਡਾ ਇੱਕ ਹਜੂਮ ਜਾਂ ਬਹੁਤ ਵੱਡਾ ਇੱਕ ਅੰਦੋਲਨ ਬਣ ਕੇ ਇਹ ਹਾਕਮਾਂ ਜਿਹੜੇ ਸਮੇਂ ਦੇ ਜੋ ਧੱਕੇ ਕਰ ਰਹੇ ਆ, ਇਹਨਾਂ ਦੇ ਖਿਲਾਫ ਪੰਜਾਬ ਦੇ ਲੋਕ ਖੜੇ ਹੋਣਗੇ। ਪਿਛਲੀ ਵਾਰੀ ਗੱਲ ਕਹੀ ਸੀ ਕਿ ਮੈਂ ਉਹਨਾਂ ਦੇ ਸੰਪਰਕ ਦੇ ਵਿੱਚ ਹੈਗਾ ਵੀ ਹਾਂ ਤੇ ਅੱਗੇ ਵੀ ਇਸ ਮਾਮਲੇ ਤੇ ਗੱਲਬਾਤ ਕਰਦਾ ਰਹੂੰਗਾ। ਹੁਣ ਤੁਸੀਂ ਗੱਲਬਾਤ ਕਦੋਂ ਕਰੋਗੇ ਤੇ ਕੀਤੀ ਵੀ ਆ ਕਿ ਨਹੀਂ? ਸੰਪਰਕ ਤਾਂ ਇਸ ਤਰ੍ਹਾਂ ਹੈ ਨਾ, ਹੁਣ ਇੱਕ ਪਿੰਡ ਹੀ ਇੱਕ ਹੈ, ਪਰਿਵਾਰ ਹੀ ਇੱਕ ਆ। ਅਸੀਂ ਮਤਲਬ ਜਿਹੜਾ ਬਾਈ ਗੁੱਗੂ ਗਿੱਲ ਹੋ ਰਹੀ ਹੈ, ਅਸੀਂ ਇੱਕ ਪਿੰਡ ਨੂੰ ਬਿਲੋਂਗ ਕਰਦੇ ਹਾਂ। ਮੇਰਾ ਉਸ ਪਿੰਡ ਵਿੱਚ ਅੱਜ ਜੇ ਕਹਾਂ ਤਾਂ ਮੇਰਾ ਉਸ ਪਿੰਡ ਵਿੱਚ ਆਉਣ ਜਾਣ ਜੇ ਹੈਗਾ ਤਾਂ ਉਸ ਪਰਿਵਾਰ, ਉਸ ਘਰ ਦੇ ਨਾਲ ਹੀ ਹੈ। ਤਾਂ ਸਤਿਕਾਰਯੋਗ ਵੱਡੇ ਭਰਾ ਨੇ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਇਹ ਨਹੀਂ ਹੈ ਕਿ ਮੈਂ ਉਹਨਾਂ ਨੂੰ ਕੁਝ ਕਹਿਣਾ ਤਾਂ ਉਹਨਾਂ ਨੇ ਉਹਦੇ ਮੁਤਾਬਕ ਕਰਨਾ। ਉਹਨਾਂ ਨੇ ਆਪਣਾ ਦਿਮਾਗ ਵਰਤਣਾ, ਜੋ ਆਪਣੇ ਮੁਤਾਬਕ ਉਹਨਾਂ ਦਾ ਬਹੁਤ ਵੱਡਾ ਨਾਮ ਹੈ, ਬਹੁਤ ਚੰਗਾ ਯੋਗਦਾਨ ਪਰਮਾਤਮਾ ਦੀ ਕਿਰਪਾ ਹੋਊਗੀ ਤਾਂ ਪਾਉਣਗੇ। ਇਸ ਸਾਰੀ ਤੁਸੀਂ ਲੜਾਈ ਲੜਨ ਦੀ ਗੱਲ ਕਰਦੇ ਹੋ, ਕਿੰਨਾ ਕੁ ਲੰਬਾ ਸਮਾਂ ਲੜਾਈ ਕਰਦੇ ਰਹੋਗੇ? ਕਦੋਂ ਤੱਕ ਇਹ ਲੜਾਈ ਚੱਲਦੀ ਰਹੂਗੀ? ਲੜਾਈ ਤਾਂ ਜੀ ਚੱਲੀ ਜਾਣੀ ਹੈ ਜਿੰਨਾ ਚਿਰ ਕੋਈ ਹੱਲ ਹੀ ਨਹੀਂ ਹੈ। ਜੇ ਕਿਸੇ ਨੂੰ ਕੋਈ ਮਿਲਿਆ ਹੀ ਨਹੀਂ ਹੈਗਾ, ਜੇ ਕਿਸੇ ਦੀ ਸੁਣਵਾਈ ਕੋਈ ਨਹੀਂ ਹੈ, ਤੇ ਲੜਾਈ ਹੀ ਰਹੂਗੀ। ਲੜਾਈਆਂ ਖਤਮ ਉਦੋਂ ਹੁੰਦੀਆਂ ਜਦੋਂ ਕਿਸੇ ਬੰਨੇ ਲੱਗਦੀਆਂ, ਜਦੋਂ ਕਿਸੇ ਅੰਜਾਮ ਨੂੰ ਪਹੁੰਚਦੀਆਂ। ਇਹਦਾ ਜੇ ਸਟਾਲੀ ਤੁਸੀਂ ਕਿੱਥੇ ਲੜਾਈ ਲੜੀ ਹੈ? ਹਾਲੇ ਤੱਕ ਤੇ ਤੁਸੀਂ ਆਪਣੇ ਲਈ ਲੜਦੇ ਆ ਰਹੇ ਹੋ, ਲੋਕਾਂ ਲਈ ਗੱਲ ਕਿੱਥੇ ਹੈ? ਇਹਦੇ 'ਚ ਲੋਕਾਂ ਦੀ ਗੱਲ ਹੀ, ਮੇਰੀ ਲੜਾਈ ਹੁਣ ਕਿੱਥੇ ਰਹਿ ਗਈ? ਜੇ ਮੈਂ ਗੁੱਗੂ ਗਿੱਲ ਨੂੰ ਅਪੀਲ ਕਰ ਰਿਹਾ, ਮੇਰੀ ਆਪਣੀ ਗੱਲ ਹੈ। ਜੇ ਮੈਂ ਪੰਜਾਬ ਪੁਲਿਸ ਦੇ ਕਿਰਦਾਰ 'ਤੇ ਗੱਲ ਕਰ ਰਿਹਾ, ਉਹ ਮੇਰੀ ਆਪਣੀ ਗੱਲ ਹੈ। ਜਾਂ ਮਤਲਬ ਜਿਹੜੀ ਤੁਸੀਂ ਹੁਣ ਮੈਥੋਂ ਜਿਹੜੇ ਸਵਾਲ ਵੀ ਜਿੰਨੇ ਹੁਣ ਕੀਤੇ, ਉਹ 'ਚ ਮੇਰੀ ਪਰਸਨਲ ਤਾਂ ਇੱਕ ਵਾਰੀ ਵੀ ਗੱਲ ਨਹੀਂ ਹੈਗੀ। ਤਾਂ ਤੁਹਾਡਾ ਇਹ ਸਵਾਲ ਜਿਹੜਾ ਹੈ ਵਾਜਬ ਨਹੀਂ। ਤਾਂ ਹੁਣ ਤੁਸੀਂ ਲੜਾਈ ਦੀ ਗੱਲ ਕੀਤੀ, ਤੁਹਾਨੂੰ ਪਹਿਲਾਂ ਲੋਕਾਂ ਦਾ ਇਹ ਵੀ ਮੰਨਿਆ ਜਾਂਦਾ ਸੀਗਾ ਕਿ DSP ਬਲਵਿੰਦਰ ਸਿੰਘ ਸੇਖੋਂ ਸਰਕਾਰ ਦੇ ਨਾਲ, ਖਾਸ ਕਰਕੇ ਕੈਪਟਨ ਧੜੇ ਦੇ ਨਾਲ ਇਸ ਕਰਕੇ ਪੰਗਾ ਲੈ ਰਿਹਾ ਕਿਉਂਕਿ ਉਹਨੂੰ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਆ। ਵਾਕਈ ਨਵਜੋਤ ਸਿੱਧੂ ਦੀ ਤੁਹਾਨੂੰ ਸਪੋਰਟ ਹੈਗੀ ਹੈ ਜਾਂ ਨਹੀਂ? ਇੱਕ ਕੁਐਸਚਨ ਵੀ ਮੈਂ ਇੰਨੀ ਵਾਰੀ ਦੇ ਕੇ ਇਹਦਾ ਜਵਾਬ ਥੱਕ ਗਿਆ ਕਿ ਮੈਨੂੰ ਉਹਨਾਂ ਦੀ ਕੋਈ ਸਪੋਰਟ ਨਹੀਂ ਹੈ। ਇਹ ਜਿਹੜੀ ਕੋਈ ਸ਼ੁਰੂਆਤ ਹੋਈ ਸੀਗੀ ਉਹ ਉਹਨਾਂ ਦੇ ਹੀ ਮਤਲਬ ਹੁਕਮ ਨਾਲ ਹੋਈ ਸੀ ਕਹਿ ਲਓ, ਜਾਂ ਉਹਨਾਂ ਦੀ ਪ੍ਰੇਰਨਾ ਨਾਲ ਹੋਈ ਸੀ। ਤੇ ਗੱਲ ਇਹ ਆ ਵੀ ਮੈਂ ਤੁਹਾਡੇ ਨਾਲ ਜਦੋਂ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਕਿਹਾ ਸੀ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਕਰਕੇ ਹੀ ਲੜਾਈ ਲੜ ਰਿਹਾ, ਉਹੀ ਮੇਰੀ ਸਟਰੈਂਥ ਹੈ। ਮੈਂ ਕਿਹਾ ਤੁਹਾਨੂੰ ਵੀ ਸ਼ੁਰੂਆਤ ਜਿਹੜੀ ਹੈਗੀ ਸੀ ਉਹ ਸੀਗੀ, ਸਟਰੈਂਥ ਵੀ ਸੀਗੀ, ਤਾਂ ਹੀ ਇਹ ਹੋਈ। ਪਰ ਉਸ ਤੋਂ ਬਾਅਦ ਉਹਨਾਂ ਦੀਆਂ ਆਪਣੀ ਕੋਈ ਮਜਬੂਰੀਆਂ ਹੋਈਆਂ, ਦੋ ਗੱਲਾਂ ਘਟਨਾਵਾਂ ਇਕੱਠੀਆਂ ਵਾਪਰੀਆਂ, ਉਹਨਾਂ ਤੋਂ ਡਿਪਾਰਟਮੈਂਟ ਵਾਪਸ ਲੈ ਲਿਆ ਗਿਆ, ਮੈਨੂੰ ਇੱਥੋਂ ਬਦਲ ਕੇ ਕਿਤੇ ਹੋਰ ਭੇਜ ਦਿੱਤਾ ਗਿਆ। ਹੁਣ ਇਹਦੇ ਰਿਐਕਸ਼ਨ ਹੋਣੇ ਚਾਹੀਦੇ ਸੀ, ਜਿਹੜੇ ਮੈਂ ਆਪਣੇ ਤੌਰ 'ਤੇ ਕਹਿ ਸਕਦਾ, ਉਹਨਾਂ ਬਾਰੇ ਮੈਂ ਨਹੀਂ ਕਰ ਸਕਦਾ। ਮੈਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਬਿਲਕੁਲ ਚੁੱਪ ਨਹੀਂ ਕੀਤਾ, ਤੇ ਆਪਣੀ ਲੜਾਈ ਬਿਲਕੁਲ ਜਿੰਨੇ ਆਪਣੀ ਸਮਰੱਥਾ ਦੇ ਨਾਲ ਜਿੱਥੇ ਵੀ ਮੈਂ ਲੜ ਸਕਦਾ ਉੱਥੇ ਲੜ ਰਿਹਾ। ਤੇ ਜੇ ਉਹਨਾਂ ਦਾ ਪਾਰਟ ਗਿਣੀਏ, ਉਹ ਉਸ ਦਿਨ ਤੋਂ ਹੀ ਚੁੱਪ ਹੈ। ਹੁਣ ਪੰਜਾਬ ਵਿੱਚ ਕਿੰਨੀਆਂ ਘਟਨਾਵਾਂ ਉਸ ਤੋਂ ਬਾਅਦ ਵਾਪਰੀਆਂ, ਦੇਖੋ ਕਿੰਨੇ ਵੱਡੇ ਲੈਵਲ ਦਾ ਲੀਡਰ ਹੈ ਪੰਜਾਬ ਦੇ। ਲੋਕਾਂ ਨੂੰ ਉਸ ਤੋਂ ਬਹੁਤ ਵੱਡੀਆਂ ਆਸਾਂ ਅੱਜ ਵੀ ਹਨ। ਪਰ ਜੇ ਪਿੱਛੇ ਨਿਗਾਹ ਮਾਰੀਏ ਤਾਂ ਉਸ 6 ਜੂਨ ਜਿਹੜਾ ਪਿਛਲੇ 19 ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਲੈ ਲਿਆ ਗਿਆ, ਜੋ ਵੀ ਸੀ, ਉਸ ਤੋਂ ਬਾਅਦ ਬੜੀਆਂ ਘਟਨਾਵਾਂ ਵਾਪਰੀਆਂ ਪੰਜਾਬ 'ਚ, ਵੱਡੀਆਂ। ਪਿਛਲੇ ਸਾਲ ਹੜ੍ਹ ਆਏ, ਹੜ੍ਹਾਂ 'ਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉੱਥੇ ਨਵਜੋਤ ਸਿੰਘ ਸਿੱਧੂ ਹੋਰੀ ਦਿਖਾਈ ਨਹੀਂ ਦਿੱਤੇ, ਜਿਹੜਾ ਕਿ ਉਹਨਾਂ ਦਾ ਆਉਣਾ ਬਣਦਾ ਸੀਗਾ। ਉਹ ਇਹਨਾਂ ਗੱਲਾਂ ਵਾਸਤੇ ਮਤਲਬ ਮਸ਼ਹੂਰ ਨੇ, ਜਾਂ ਮਤਲਬ ਇਹ ਵਿਚਰਦੇ ਰਹਿੰਦੇ ਇਹੋ ਜਿਹੀਆਂ ਮੁਸੀਬਤਾਂ ਵੇਲੇ, ਨਹੀਂ ਆਏ ਉਹ। ਫਿਰ ਉਦੋਂ ਬਾਅਦ ਕਰੋਨਾ
ਕਰੋਨਾ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਵਿਚਰਨਾ ਸੀ ਉਹ ਇੱਕ ਐਮਐਲਏ ਤੋਂ ਵੱਧ ਕੇ ਨਹੀਂ ਸੀਗਾ। ਹਰ ਇੱਕ ਐਮਐਲਏ ਨੇ ਜਾਂ ਕਾਉਂਸਲਰ ਨੇ ਆਪਣੇ ਇਲਾਕੇ ਦੇ ਵਿੱਚ ਕੰਮ ਕੀਤਾ। ਉਹਨਾਂ ਨੇ ਵੀ ਅੰਮ੍ਰਿਤਸਰ ਦੇ ਇੱਕ ਦੋ ਆਪਣੀਆਂ ਕੌਂਸਟੀਚੁਐਂਸੀਆਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਹੈਗੀ ਹੈ ਉਸ ਤੋਂ ਵੱਧ ਉਹ ਕਿਤੇ ਦਿਖਾਈ ਨਹੀਂ ਦਿੱਤੇ। ਤਾਂ ਇੱਕ ਪੰਜਾਬ ਦਾ ਜਿਹੜਾ ਚਿਹਰਾ ਹੈਗਾ ਉਹਨੂੰ ਪੰਜਾਬ 'ਚ ਵਿਚਰਨਾ ਚਾਹੀਦਾ ਸੀਗਾ। ਉਹ ਵੀ ਮਤਲਬ ਜਿਹੜੀ ਗੱਲ ਹੈਗੀ ਆ ਉਹ ਉਹਨਾਂ ਦੇ ਹੱਕ ਵਿੱਚ ਨਹੀਂ ਜਾਂਦੀ ਕਿ ਉਹ ਇੱਕ ਆਮ ਐਮਐਲਏ ਜਾਂ ਕੌਂਸਲਰ ਵਾਂਗੂ ਆਪਣੇ ਇਲਾਕੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਲੜਾਈ ਲੜਦੇ। ਫਿਰ ਰਹਿੰਦੀ ਗੱਲ ਸ਼ਰਾਬ ਦਾ ਕਿੱਡੀ ਵੱਡੀ ਟ੍ਰੈਜਡੀ ਹੋਈ ਉਹਨਾਂ ਦੇ ਆਪਣੇ ਜ਼ਿਲ੍ਹੇ ਵਿੱਚ ਹੋਈ, ਕਿੰਨੀਆਂ ਮੌਤਾਂ ਹੋ ਗਈਆਂ, ਉਹਦੇ ਵਿੱਚ ਵੀ ਉਹ ਕਿਤੇ ਦਿਖਾਈ ਨਹੀਂ ਦਿੱਤੇ। ਮਤਲਬ ਜਿਹੜੀਆਂ ਵੀ ਇਹ ਐਡੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ, ਇਸ ਤੋਂ ਇਹ ਅੰਦੋਲਨ ਤਾਂ ਸਾਰੇ ਇੰਡੀਆ ਦੇ ਵਿੱਚ ਹੀ ਇੱਕ ਤਰੀਕੇ ਨਾਲ ਫੈਲ ਗਿਆ ਅਤੇ ਪੰਜਾਬ ਤੇ ਹਰਿਆਣਾ ਸਭ ਤੋਂ ਵੱਧ ਅਫੈਕਟਡ ਹੈ ਇਹਦੇ ਨਾਲ। ਜੇ ਅੱਜ ਵੀ ਮਤਲਬ ਉਹ ਨਹੀਂ ਹੈਗੇ, ਕਿਸੇ ਦਿਖਾਈ ਦੇ ਰਹੇ ਜਾਂ ਕਿਸੇ ਚੀਜ਼ ਦੀ ਵੇਟ ਕਰ ਰਹੇ ਹੈ ਤੇ ਬਹੁਤ ਲੇਟ ਹੈ। ਮਤਲਬ ਇੱਕ ਤਾਂ ਹੁੰਦਾ ਲੇਟ ਹੋਣਾ, ਇੱਕ ਹੁੰਦਾ ਵੀ ਲੇਟ ਹੋ ਚੁੱਕਣਾ। ਤਾਂ ਮੈਂ ਇਹ ਕਹੂੰਗਾ ਵੀ ਲੇਟ ਹੋ ਚੁੱਕੇ ਆ ਅਤੇ ਹੁਣ ਉਹ ਕਿੰਨਾ ਹੋਰ ਲੇਟ ਹੋ ਚੁੱਕੇ ਆਪਣਾ ਜਿਹੜਾ ਸਿਆਸੀ ਘਾਟਾ ਉਹਨਾਂ ਨੂੰ ਪਿਆ ਜਾਂ ਜਿਹੜਾ ਮਤਲਬ ਉਹਨਾਂ ਦਾ ਇਹ ਨੁਕਸਾਨ ਉਹਨਾਂ ਨੇ ਆਪਣਾ ਆਪਦੇ ਹੱਥੀਂ ਕੀਤਾ ਉਹ ਪੂਰਾ ਕਰਨ ਕੇ ਕਿਵੇਂ ਮਤਲਬ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਇੱਛਾਵਾਂ ਦੇ ਅੱਗੇ ਜਾਂ ਉਹਨਾਂ ਦੀਆਂ ਮਤਲਬ ਜੋ ਭਾਵਨਾਵਾਂ ਦੇ ਨਾਲ ਉਹ ਇਨਸਾਫ ਕਰ ਸਕਣਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਤੁਹਾਡੇ ਵੱਲੋਂ ਨਹੀਂ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਜਾਂ ਹੁਣ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਨੇ ਉਹਨਾਂ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਸੰਪਰਕ ਸਾਧ ਕੇ ਅੱਗੇ ਆਉਣ ਦੀ ਗੱਲ ਕੀਤੀ ਗਈ ਹੋਵੇ? ਮੈਂ ਦੇਖੋ ਜੀ ਆਪਣੇ ਮੈਸੇਜ ਜਿਹੜੇ ਹੁੰਦੇ ਮੇਰੇ ਜਿਹੜੇ ਵੀ ਹੈਗੇ ਮੈਂ ਆਪਣੇ ਜਿਹੜੀਆਂ ਸੁਨੇਹਾ ਜਾਂ ਜਿਹੜੀ ਵੀ ਮੇਰੀ ਭਾਵਨਾਵਾਂ ਉਹਨਾਂ ਤੱਕ ਪਹੁੰਚਦੀ ਕਰਦਾ। ਜਿਹੜੇ ਵੀ ਲਿੰਕ ਹੈਗੇ ਮੇਰੇ ਉਹਨਾਂ ਤੱਕ, ਐਸੀ ਕੋਈ ਗੱਲ ਨਹੀਂ, ਸਭ ਪਤਾ ਉਹਨਾਂ ਨੂੰ, ਪਰ ਕੀ ਕਰਨਾ ਹੈ ਇਹ ਉਹਨਾਂ ਦਾ ਕੰਮ ਹੈ। ਉਹਨਾਂ ਨੇ ਵੇਖਣਾ ਕਿ ਡਿਸੀਜ਼ਨ ਲੈਣਾ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਆਖਰੀ ਵਾਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਕਦੋਂ ਗੱਲ? ਬਹੁਤ ਲੰਬੀ ਗੱਲ, ਬਹੁਤ ਪੁਰਾਣੀ ਗੱਲ ਹੋਈ, ਕਾਫੀ ਦੇਰ ਤੋਂ ਨਹੀਂ ਹੋਈ। ਹੁਣ ਤੁਸੀਂ ਕਿਸਾਨੀ ਪਰਿਵਾਰ ਦੇ ਨਾਲ ਵੀ ਸੰਬੰਧ ਰੱਖਦੇ ਹੋ। ਸਰਕਾਰ ਦੇ ਵੱਲੋਂ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ, ਤੁਸੀਂ ਕਹਿ ਰਹੇ ਹੋ ਕਿ ਮੈਂ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦਾ, ਤਾਂ ਹੁਣ ਜਿਹੜੇ ਆਰਡੀਨੈਂਸ ਦੇ ਖਿਲਾਫ ਗਾਇਕ ਵੀ ਸੜਕਾਂ 'ਤੇ ਉਤਰੇ ਨੇ, ਬਹੁਤ ਸਾਰੇ ਲੀਡਰ ਵੀ ਸੜਕਾਂ 'ਤੇ ਉਤਰੇ ਨੇ, ਕਿ ਤੁਸੀਂ ਵੀ ਅਜਿਹਾ ਕੁਝ ਕਰਨ ਜਾ ਰਹੇ ਹੋ ਕਿ ਨਹੀਂ? ਦੇਖੋ ਜੀ, ਇਹ ਜਿਹੜਾ ਲੋਕ ਉਤਰੇ ਹੋਏ ਆ, ਮੈਂ ਇਹਨਾਂ ਦੇ ਪਾਰਟ, ਮੈਂ ਕੋਈ ਵੱਖਰਾ ਥੋੜ੍ਹਾ ਹੈਗਾ। ਮੈਂ ਕੋਈ ਐਡਾ ਵੱਡਾ ਕੋਈ ਜ਼ਿਮੀਂਦਾਰ ਨਹੀਂ, ਮੈਂ ਐਡਾ ਵੱਡਾ ਕੋਈ ਮੇਰਾ ਨਾਮ ਨਹੀਂ ਕਿ ਮਤਲਬ ਮੈਂ ਇੱਕ ਅਲੱਗ ਅੰਦੋਲਨ ਖੜਾ ਕਰਾਂ। ਇਹ ਜਿਹੜੇ ਅੰਦੋਲਨ ਚੱਲ ਰਿਹਾ ਹੈ, ਇਹ ਜਿਹੜੇ ਸਾਰੇ ਲੋਕ ਆ ਰਹੇ ਆ, ਕਲਾਕਾਰ ਆ ਰਹੇ ਆ, ਹੋਰ ਚੰਗੇ ਲੋਕ ਆਉਣਗੇ, ਇਹਨਾਂ ਤੋਂ ਹੀ ਪੰਜਾਬ ਨੂੰ ਚੰਗੇ ਚਿਹਰੇ ਮਿਲਣ ਦੀ ਉਮੀਦ ਹੈ। ਆਪਾਂ ਹਰ ਵਾਰ ਲੀਡਰਾਂ ਮਗਰ ਲੱਗਦੇ ਹਾਂ, ਲੀਡਰਾਂ ਦਾ ਤਾਂ ਕੋਈ ਹਾਲ ਹੀ ਨਹੀਂ। ਉਹ ਹੁਣ ਵੀ ਉਹ ਕੈਸ਼ ਕਰਨਗੇ ਇਹਨਾਂ ਚੀਜ਼ਾਂ ਨੂੰ, ਪਰ ਅਸੀਂ ਉਹਨਾਂ ਦੇ ਝੰਡਿਆਂ ਤੋਂ ਬਚ ਕੇ ਇਹਦੇ ਵਿੱਚ ਜਿਹੜੇ ਚੰਗੇ ਲੋਕ ਸਾਹਮਣੇ ਆਉਣਗੇ ਤਾਂ ਹੋ ਸਕਦਾ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਚੰਗੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਮਿਲ ਜਾਵੇ। ਇਸ ਅੰਦੋਲਨ ਵਿੱਚੋਂ ਕੋਈ ਚੰਗੇ ਚਿਹਰੇ ਸਾਹਮਣੇ ਆ ਜਾਣ, ਭਾਵੇਂ ਉਹ ਕਲਾਕਾਰਾਂ ਦੇ ਵਿੱਚ ਅੱਛੇ ਦੇ ਵਿੱਚ ਤੁਸੀਂ ਵੀ ਕੁਝ ਕਰ ਰਹੇ ਹੋ ਜਾਂ ਨਹੀਂ? ਮੇਰਾ ਸਵਾਲ ਇਹ ਸੀ। ਮੇਰਾ ਆਰਡੀਨੈਂਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਰਡੀਨੈਂਸ ਨਾਲ ਮੇਰਾ ਕੋਈ ਸਿੱਧਾ ਗੱਲ ਤਾਂ ਲੋਕਾਂ ਦੇ ਹੱਕ ਦੀ ਹੈ ਨਾ। ਜਿਹੜੇ ਬੰਦੇ ਨੂੰ ਤੁਸੀਂ ਅਪੀਲ ਕੀਤੀ, ਗੁੱਗੂ ਗਿੱਲ ਨੂੰ ਤੇ ਸਿੱਧੂ ਮੂਸੇਵਾਲੇ ਨੂੰ ਅਪੀਲ ਕੀਤੀ ਸੀ, ਉਹ ਵੀ ਹੁਣ ਆ ਗਏ ਨੇ, ਪਰ ਤੁਸੀਂ ਮੇਰਾ ਮਸਲਾ ਹੱਲ ਹੋ ਗਿਆ ਜੀ। ਫਿਰ ਮੇਰਾ ਜਿੰਨਾ ਕੁ ਮੇਰੀ ਹੈਸੀਅਤ ਹੈ ਉਸ ਤੋਂ ਤਾਂ ਵੱਡਾ ਕੰਮ ਹੋ ਗਿਆ। ਹੋਰ ਮੈਨੂੰ ਇਸ ਮਾਮਲੇ 'ਚ ਕੀ ਚਾਹੁੰਦੇ ਹੋ? ਮੈਂ ਤਾਂ ਜੀ ਆਪਣੀ ਲੜਾਈਆਂ ਉਹ ਵੀ ਲੜਨੀਆਂ ਜਿਹੜੀਆਂ ਮੈਂ ਸ਼ੁਰੂ ਕੀਤੀਆਂ ਹੋਈਆਂ। ਮੈਂ ਆਸ਼ੂ ਵਾਲਾ ਜਿਹੜਾ ਹੈਗਾ ਉਹਨੂੰ ਕਿਸੇ ਅੰਜਾਮ 'ਤੇ ਲੈ ਕੇ ਜਾਣਾ, ਤਾਂ ਮਤਲਬ ਜਿਹੜੀ ਉਹ ਚੀਜ਼ਾਂ ਜਿੱਥੋਂ ਮੈਂ ਸ਼ੁਰੂ ਹੋਇਆ ਮੈਂ ਪਤਾ ਉਹਨਾਂ ਨੂੰ ਪੂਰਾ ਕਰੂੰਗਾ। ਹੋਰ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਇਕੱਠੀ ਹੋਈ ਹੈ ਇਹਨਾਂ ਦੀ ਕਰਪਸ਼ਨ ਦੇ ਖਿਲਾਫ ਦਾ, ਅਤੇ ਹੋਰ ਪਤਾ ਨਹੀਂ ਕਿੰਨਾ ਕੁਛ ਹੈ। ਮੇਰਾ ਜਿਹੜਾ ਉਹ ਇੱਕ ਰੂਟ ਜਿਹੜਾ ਬਣਦਾ ਉਹ ਲੜਾਈ ਦਾ ਉਹ ਵੱਖਰਾ ਬਣਦਾ। ਇਹ ਲੋਕਾਂ ਦਾ ਇਹ ਅੰਦੋਲਨ ਖੜਾ ਹੋ ਜਾਵੇ, ਠੀਕ ਹੈ, ਅਸੀਂ ਜਿਹੜੇ ਹੈਗੇ ਹਮੇਸ਼ਾ ਨਾਲ ਹੈ, ਪਰ ਮੇਰਾ ਜਿਹੜਾ ਅਸਲੀ ਹੈਗਾ ਜਿੱਥੋਂ ਮੈਂ ਸ਼ੁਰੂ ਹੋਇਆ ਉਹਨੂੰ ਮੈਂ ਜਿੰਨਾ ਚਿਰ ਕਿਸੇ ਅੰਜਾਮ 'ਤੇ ਨਹੀਂ ਲੈ ਕੇ ਜਾਂਦਾ ਉਹਨਾਂ ਚਿਰ ਹੋਰ ਲੜਾਈਆਂ ਸ਼ੁਰੂ ਕਰਨ ਦਾ ਮੇਰਾ ਕੋਈ ਮਤਲਬ ਨਹੀਂ ਬਣਦਾ। ਤੁਹਾਡੀਆਂ ਲੜਾਈਆਂ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਸੀ, ਹੁਣ ਕੀ ਸਟੇਟਸ ਹੈ ਉਹਨਾਂ ਦਾ? ਉਹ ਸੇਮ ਸਟੇਟਸ ਹੈ ਜੀ, ਸਰਕਾਰ ਦੇ ਨਾਲ ਹੀ ਹੈ ਸਾਰਾ ਕੁਝ। ਜਦੋਂ ਸਰਕਾਰ ਅੰਨੀ ਬੋਲੀ ਹੋਈ ਹੈ ਅਤੇ ਜ਼ਾਲਮ ਹੋਈ ਹੈ ਤਾਂ ਸਭ ਕੁਝ ਖੜਾ ਉੱਥੇ। ਮੈਂ ਕਾਨੂੰਨੀ ਲੜਾਈ ਲੜਨ ਦੀ ਵੀ ਕੋਸ਼ਿਸ਼ ਕਰ ਰਿਹਾ, ਹਾਈ ਕੋਰਟ 'ਚ ਵੀ ਗਿਆ ਹੈ, ਅਤੇ ਬਦਕਿਸਮਤੀ ਦੀ ਗੱਲ ਹੈ ਕਿ ਸੁਣਵਾਈ ਕਿਤੇ ਨਹੀਂ ਹੁੰਦੀ, ਉੱਥੇ ਵੀ ਤਰੀਕਾਂ ਪੈਂਦੀਆਂ, ਅਤੇ ਜਿੱਥੇ ਜਿਨ੍ਹਾਂ ਨੂੰ ਇਨਸਾਫ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਤਾਂ ਇਨਸਾਫ ਮਿਲਦੇ ਜਾਂ ਮਿਲਦੇ ਹੀ ਨਹੀਂ। ਜਾਂ ਜਿਹੜੇ ਲੋਕਾਂ ਦੇ ਸਿਸਟਮ ਵਿੱਚ ਇਹ ਸਾਰਾ ਸਿਸਟਮ ਉਲਝਿਆ ਹੋਇਆ ਜਾਂ ਉਹਨਾਂ ਦੇ ਹੱਥਾਂ 'ਚ ਤਾਣਾ ਬਾਣਾ ਸਾਰਾ ਇਹ ਸਮੇਤ ਮੀਡੀਆ ਸਮੇਤ ਕੋਰਟਾਂ ਜਿਹੜੀਆਂ ਹੈਗੀਆਂ ਇਸ ਸਿਸਟਮ ਦੇ ਅਧੀਨ ਆ ਚੁੱਕੀਆਂ, ਉਹ ਜਿਹੜੇ ਫੈਸਲੇ ਹੁੰਦੇ ਉਹਨਾਂ ਦੇ ਮੁਤਾਬਕ ਹੁੰਦੇ। ਤਾਂ ਸੋ ਵੇਖਾਂਗੇ ਸਮਾਂ ਜਦੋਂ ਬਦਲੂਗਾ ਤਾਂ ਹੱਕ ਇਨਸਾਫ ਦੀ ਗੱਲ ਜਦੋਂ ਹੋਊਗੀ ਤਾਂ ਇਨਸਾਫ ਮਿਲੂਗਾ, ਕਿਉਂ ਨਹੀਂ ਮਿਲੂਗਾ? ਅਸੀਂ ਤਾਂ ਲੜਦੇ ਰਹਾਂਗੇ, ਅਸੀਂ ਕਿਹੜਾ ਲੜਾਈ ਬੰਦ ਕਰਨ ਲੱਗੇ। ਤੁਸੀਂ ਕਹਿੰਦੇ ਹੋ ਕਿ ਜਾਂ ਤਾਂ ਸੁਣਵਾਈ ਨਹੀਂ ਹੁੰਦੀ ਜਾਂ ਫਿਰ ਇਹ ਗੱਲ ਕਿਸੇ ਦੀ ਸੁਣਵਾਈ ਹੋਣ ਨਹੀਂ ਦਿੰਦੇ, ਤਾਂ ਤੁਹਾਡੇ ਕੋਲ ਕਿਹੜੀ ਇਹੋ ਜਿਹੀ ਗਿੱਦੜ ਸਿੰਘੀ ਹੈ ਤੁਸੀਂ ਆਪਣੀ ਲੜਾਈ ਦੇ ਵਿੱਚ ਜਿੱਤ ਲਓਗੇ? ਮੇਰੀ ਹਿੰਮਤ ਹੈ ਜੀ, ਮੇਰੇ ਕੋਲ ਗਿੱਦੜ ਸਿੰਘੀ ਕਿਹੜੀ ਹੈ? ਮੈਨੂੰ ਡਰਾਉਣ ਦੀ, ਧਮਕਾਉਣ ਦੀ, ਮਾਰਨ ਦੀ ਜਿਹੜੀ ਹਰ ਕੋਸ਼ਿਸ਼ ਇਹਨਾਂ ਕੀਤੀ ਹੈ, ਇਹੀ ਇਹਨਾਂ ਕੋਲ ਗਿੱਦੜ ਸਿੰਘੀਆਂ ਹੈਗੀਆਂ। ਹੋਰ ਇਹਨਾਂ ਕੋਲ ਕੀ ਹੈ? ਉਹ ਮੇਰੇ 'ਤੇ ਨਹੀਂ ਅਸਰ ਕਰਦੀਆਂ। ਜਿਹੜੀ ਮੇਰੀ ਹਿੰਮਤ ਹੈ ਜਾਂ ਮੇਰੀ ਮਤਲਬ ਜੋ ਜਜ਼ਬਾ ਹੈਗਾ ਉਹੀ ਸਟਰੈਂਥ ਹੈ ਮੇਰੀ, ਉਹੀ ਸਭ ਤੋਂ ਵੱਡੀ ਗਿੱਦੜ ਸਿੰਘੀ। ਜੋ ਤੁਸੀਂ ਮਰਜ਼ੀ ਨਾਮ ਲਓ ਉਹਦੇ ਨਾਲ ਹੀ ਲੜਾਈ ਲੜ ਰਿਹਾ ਮੈਂ। ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ। ਆਏ ਸਨ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਦੇ ਵੱਲੋਂ ਜਿਹੜਾ ਇੱਕ ਨਵਾਂ ਡੀਐਸਪੀ ਉੱਠਿਆ ਉਹਦੇ ਬਾਰੇ ਗੱਲਬਾਤ ਤਾਂ ਕੀਤੀ ਗਈ, ਪਰ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਖੁੱਲ੍ਹ ਕੇ
ਕੁਝ ਦਿਨਾਂ ਬਾਅਦ ਸਾਹਮਣੇ ਆਵਾਂਗਾ, ਆਡੀਓ ਵੀ ਦੱਸਾਂਗਾ, ਨਾਮ ਵੀ ਦੱਸਾਂਗਾ ਕਿ ਕਿਹੜਾ ਇਹ ਡੀਐਸਪੀ ਹੈਗਾ। ਤਾਂ ਉੱਥੇ ਹੀ ਉਹਨਾਂ ਨੇ ਗੁੱਗੂ ਗਿੱਲ ਦਾ ਵੀ ਧੰਨਵਾਦ ਕੀਤਾ, ਕਿਉਂਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਕੱਠੇ ਹੋ ਕੇ ਪੰਜਾਬ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੀਏ। ਪਰ ਉਸ ਤੋਂ ਬਾਅਦ ਜਿਹੜੇ ਗੁੱਗੂ ਗਿੱਲ ਨੇ ਉਹਨਾਂ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੀ ਇੱਕ ਫੋਟੋ ਪਾਈ ਗਈ, ਜਿਹਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਹੱਕਾਂ ਦੇ ਵਿੱਚ ਕੁਝ ਗੱਲਾਂ ਲਿਖੀਆਂ ਵੀ ਗਈਆਂ ਨੇ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਇਹਨਾਂ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਪੰਜਾਬ ਦੇ ਹੱਕਾਂ ਲਈ ਹਾਂ ਦਾ ਨਾਅਰਾ ਮਾਰਨ ਵਾਲਾ ਨਵਜੋਤ ਸਿੰਘ ਸਿੱਧੂ ਹੁਣ ਲੇਟ ਹੋ ਚੁੱਕਿਆ ਹੈ। ਕੈਮਰਾਮੈਨ ਤੇਜਿੰਦਰ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਥ TV, ਪਟਿਆਲਾ।